ਸਤਿ ਸ਼੍ਰੀ ਅਕਾਲ ਗੁਰੂ ਜੀ, ਸਤ ਸੰਗਤ ਜੀ। ਅੱਜ 8ਵੀਂ ਅਸ਼ਟਪਦੀ ਦੇ ਅਰਥ ਕਰਾਂਗੇ। ਇਸ ਅਸ਼ਟਪਦੀ ਵਿੱਚ ਬ੍ਰਹਮ ਗਿਆਨੀ ਦੇ ਲੱਛਣ ਦੱਸੇ ਗਏ ਹਨ, ਜੋ ਨਾਮ ਸਿਮਰ ਕੇ ਆਪਣਾ ਆਪਾ ਪਛਾਣ ਕੇ ਉਸ ਪ੍ਰਮਾਤਮਾ ਦੇ ਗੁਣਾਂ ਵਰਗਾ ਹੀ ਹੋ ਗਿਆ ਹੈ ਤੇ ਉਹਦੇ ਵਿੱਚ ਉਹ ਪ੍ਰਮਾਤਮਾ ਦੇ ਲੱਖਾਂ ਗੁਣਾਂ ਨੂੰ ਅਸੀਂ ਦੇਖ ਸਕਦੇ ਹਾਂ। ਸ਼ਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਗੁਰੂ ਸਾਹਿਬ ਕਹਿੰਦੇ ਹਨ ਕਿ ਬ੍ਰਹਮ ਗਿਆਨੀ ਦੇ ਇਹ ਲੱਛਣ ਹੁੰਦੇ ਹਨ ਕਿ ਉਸਦਾ ਮਨ ਹਮੇਸ਼ਾ ਸੱਚੇ ਪਰਮੇਸ਼ਵਰ ਵਿੱਚ ਵਸਦਾ ਹੈ। ਮੂੰਹ 'ਤੇ ਵੀ ਉਸੇ ਸੱਚ ਦਾ ਨਾਮ ਨਿਵਾਸ ਹੁੰਦਾ ਹੈ। ਉਸ ਤੋਂ ਬਿਨਾਂ ਉਸ ਨੂੰ ਕੁਛ ਨਹੀਂ ਦਿਖਦਾ, ਭਾਵ ਹਰ ਥਾਂ ਉਹਨਾਂ ਨੂੰ ਪਰਮਾਤਮਾ ਦੇ ਹੀ ਦਰਸ਼ਨ ਹੁੰਦੇ ਹਨ। ਅਸ਼ਟਪਦੀ। ब्रह्म ज्ञानी सदा निर्लेप, जैसे जल में कमल अलेप। ब्रह्म ज्ञानी सदा निर्दोख, जैसे सुर सरप को सोख। ब्रह्म ज्ञानी के दृष्टि समान, जैसे राज रंग को लागे तुल पवान। ब्रह्म ज्ञानी के धीरज एक, ज्यों वसुधा को खोदे को चंदन लेप। ब्रह्म ज्ञानी का यह गुनाओ, नानक ज्यों पावक का सहज सुभाव। परमात्मा कहते हैं कि ਬ੍ਰਹਮ ਗਿਆਨੀ ਮਾਇਆ ਦੇ ਸੰਸਾਰ ਵਿੱਚ ਵਸਦਾ ਹੈ, ਫਿਰ ਵੀ ਉਹ ਮਾਇਆ ਤੋਂ ਨਿਰਲੇਪ ਹੈ। ਉਸ 'ਤੇ ਮਾਇਆ ਦਾ ਕੋਈ ਅਸਰ ਨਹੀਂ ਹੁੰਦਾ। ਉਸੀ ਤਰ੍ਹਾਂ ਜਿਸ ਤਰ੍ਹਾਂ ਕਮਲ ਦਾ ਫੁੱਲ ਜਲ ਵਿੱਚ ਰਹਿ ਕੇ ਵੀ ਉਸ ਤੋਂ ਅਲੇਪ ਹੈ, ਅਲੱਗ ਹੈ, ਉਸ 'ਤੇ ਅਸਰ ਨਹੀਂ ਹੁੰਦਾ। ਉਸ ਤੋਂ ਬਾਅਦ ਉਹ ਕਹਿੰਦੇ ਹਨ ਕਿ ਜਿਸ ਤਰ੍ਹਾਂ ਸੂਰਜ ਸਭ ਰਸਾਂ ਨੂੰ ਸੁਕਾਉਂਦਾ ਹੈ ਪਰ ਫਿਰ ਵੀ ਅਕਲੰਕਿਤ ਹੈ, ਉਸੀ ਤਰ੍ਹਾਂ ਬ੍ਰਹਮ ਗਿਆਨੀ ਦਾ ਵੀ ਜੀਵਨ ਇਸੇ ਤਰ੍ਹਾਂ ਦਾ ਹੈ। ਉਹ ਕਿਸੇ ਨੂੰ ਵੀ ਦੁੱਖ ਨਹੀਂ ਦਿੰਦਾ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਸਭ 'ਤੇ ਇੱਕ ਸਮਾਨ ਹੁੰਦੀ ਹੈ। ਜਿਸ ਤਰ੍ਹਾਂ ਜਿਹੜੀ ਹਵਾ ਹੈ ਉਹ ਰਾਜੇ ਤੇ ਕੰਗਾਲ ਸਭ ਨੂੰ ਇੱਕੋ ਜਿਹੀ ਲੱਗਦੀ ਹੈ। ਬ੍ਰਹਮ ਗਿਆਨੀ ਨੂੰ ਦੂਜਿਆਂ ਵੱਲੋਂ ਵੈਰ ਮਿਲੇ, ਪਿਆਰ ਮਿਲੇ, ਪਰ ਉਹ ਆਪਣਾ ਧੀਰਜ ਦ੍ਰਿੜ ਰੱਖਦਾ ਹੈ। ਉਹ ਆਪਣਾ ਸੁਭਾਅ ਨਹੀਂ ਬਦਲਦਾ। ਜਿਸ ਤਰ੍ਹਾਂ ਪ੍ਰਿਥਵੀ ਨੂੰ ਚਾਹੇ ਕੋਈ ਪੁੱਟੇ, ਚਾਹੇ ਕੋਈ ਉਹਦੇ 'ਤੇ ਚੰਦਨ ਦਾ ਲੇਪ ਕਰੇ, ਧਰਤੀ ਸਭ ਨੂੰ ਦਿੰਦੀ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਬ੍ਰਹਮ ਗਿਆਨੀ ਦਾ ਇਹੋ ਸੁਭਾਵਿਕ ਗੁਣ ਹੈ, ਜਿਸ ਤਰ੍ਹਾਂ ਕਿ ਅਗਨੀ ਵੀ ਸਹਿਜ ਸੁਭਾਅ ਹੈ, ਉਹਦਾ ਵੀ ਉਹ ਇੱਕੋ ਪ੍ਰਕਾਰ ਦੀ ਰਹਿੰਦੀ ਹੈ। ਉਹ ਗੰਦੇ ਪਦਾਰਥਾਂ ਨੂੰ ਸਾੜਦੀ ਵੀ ਹੈ ਅਤੇ ਗੰਦਗੀ ਸਾੜ ਦਿੰਦੀ ਹੈ ਉਹਦਾ। ਅਤੇ ਦੂਸਰੇ ਪਾਸੇ ਜਦੋਂ ਠੰਡ 'ਚ ਕੋਈ ਉਹਦੇ ਕੋਲ ਆਉਂਦਾ ਤਾਂ ਉਹਨੂੰ ਉਹ ਨਿੱਘ ਦਿੰਦੀ ਹੈ, ਉਹਦੀ ਠੰਡ ਦੂਰ ਕਰਦੀ ਹੈ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ। ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ। ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੇ ਨਾਹੀਂ ਅਭਿਮਾਨ। ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਨਿਰਮਲ ਤੋਂ ਨਿਰਮਲ ਹੁੰਦਾ ਹੈ। ਜਿਸ ਤਰ੍ਹਾਂ ਜਲ ਨੂੰ ਮੈਲ ਨਹੀਂ ਲੱਗਦੀ, ਉਸੀ ਤਰ੍ਹਾਂ ਬ੍ਰਹਮ ਗਿਆਨੀ ਦੇ ਮਨ ਵਿੱਚ ਬ੍ਰਹਮ ਦਾ ਪ੍ਰਕਾਸ਼ ਹੁੰਦਾ ਹੈ। ਜਿਸ ਤਰ੍ਹਾਂ ਧਰਤੀ ਉੱਤੇ ਸਭ ਥਾਂ ਸੂਰਜ ਦਾ ਚਾਨਣਾ ਹੁੰਦਾ ਹੈ। ਬ੍ਰਹਮ ਗਿਆਨੀ ਨੂੰ ਵੈਰੀ ਤੇ ਮਿੱਤਰ ਇੱਕ ਸਮਾਨ ਇੱਕੋ ਜਿਹੇ ਹੁੰਦੇ ਹਨ। ਬ੍ਰਹਮ ਗਿਆਨੀ ਨੂੰ ਆਪਣੇ ਬ੍ਰਹਮ ਗਿਆਨੀ ਹੋਣ ਦਾ ਵੀ ਅਹੰਕਾਰ ਨਹੀਂ ਹੁੰਦਾ। ਉਂਝ ਤਾਂ ਬ੍ਰਹਮ ਗਿਆਨੀ ਉੱਚਿਆਂ ਤੋਂ ਉੱਚਾ ਹੁੰਦਾ ਹੈ, ਪਰ ਫਿਰ ਆਪਣੇ ਮਨ ਵਿੱਚ ਉਹ ਸਭ ਤੋਂ ਨੀਵਾਂ ਰਹਿੰਦਾ ਹੈ। ਹੁਣ ਇਹ ਪ੍ਰਸ਼ਨ ਉੱਠਦਾ ਹੈ, ਐਸੇ ਬ੍ਰਹਮ ਗਿਆਨੀ ਕਿਵੇਂ ਬਣਦੇ ਹਨ? ਗੁਰੂ ਸਾਹਿਬ ਕਹਿੰਦੇ ਹਨ, ਬ੍ਰਹਮ ਗਿਆਨੀ ਉਹ ਪੁਰਖ ਬਣਦੇ ਹਨ ਜਿਨ੍ਹਾਂ ਨੂੰ ਪਰਮੇਸ਼ਵਰ ਆਪ ਬ੍ਰਹਮ ਗਿਆਨੀ ਬਣਾਉਂਦਾ ਹੈ। ब्रह्म ज्ञानी सगल की रीना, आत्म रस ब्रह्म ज्ञानी चीना। ब्रह्म ज्ञानी की सब ऊपर मया, ब्रह्म ज्ञानी ते कछ बुरा ना पया। ब्रह्म ज्ञानी सदा समदर्शी, ब्रह्म ज्ञानी की दृष्टि अमृत बरसी। ब्रह्म ज्ञानी बंधन ते मुक्ता, ब्रह्म ज्ञानी की निर्मल जुक्ता। ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान। परमात्मा कहते हैं कि ब्रह्म ज्ञानी सब ਦੇ ਚਰਨਾਂ ਦੀ ਧੂੜ ਹੁੰਦਾ ਹੈ, ਕਿਉਂਕਿ ਉਹ ਤਿਆਗ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਨੇ ਆਤਮ ਰਸ ਨੂੰ ਅਨੁਭਵ ਕਰ ਲਿਆ ਹੈ, ਇਸੀ ਲਈ ਉਹ ਇਸ
ਅਵਸਥਾ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਦੀ ਸਭ ਉੱਤੇ ਕਿਰਪਾ ਹੁੰਦੀ ਹੈ, ਕਿਉਂਕਿ ਉਸਦਾ ਆਤਮ ਰਸ ਦਾਤਾ ਘਟ ਘਟ ਦਾ ਵਾਸੀ ਹੈ। ਸੋ ਬ੍ਰਹਮ ਗਿਆਨੀ ਤੋਂ ਕਿਸੇ ਦਾ ਵੀ ਕਿਸੇ ਤਰ੍ਹਾਂ ਵੀ ਬੁਰਾ ਨਹੀਂ ਹੁੰਦਾ। ਬ੍ਰਹਮ ਗਿਆਨੀ ਹਮੇਸ਼ਾ ਸਮਦ੍ਰਿਸ਼ਟਾ ਹੈ, ਕਹਿਣ ਤੋਂ ਭਾਵ ਕਿ ਸਭ ਨੂੰ ਉਹ ਇੱਕ ਸਮਾਨ ਦੇਖਦਾ ਹੈ। ਪਰ ਬ੍ਰਹਮ ਗਿਆਨੀ ਦੀ ਉਹ ਦ੍ਰਿਸ਼ਟੀ ਅੰਮ੍ਰਿਤ ਵਰਸਾਉਣ ਵਾਲੀ ਹੁੰਦੀ ਹੈ। ਬ੍ਰਹਮ ਗਿਆਨੀ ਸਾਰੇ ਮਾਇਕ ਬੰਧਨਾਂ ਤੋਂ ਮੁਕਤ ਹੁੰਦਾ ਹੈ। ਬ੍ਰਹਮ ਗਿਆਨੀ ਦੀ ਜਿਹੜੀ ਜੁਗਤ ਹੈ ਉਹ ਨਿਰਮਲ ਹੁੰਦੀ ਹੈ। ਇੱਥੇ ਜੁਗਤ ਦਾ ਅਰਥ ਇਹ ਹੈ ਕਿ ਜੋ ਸਾਨੂੰ ਪ੍ਰਮਾਤਮਾ ਨੂੰ ਜੋੜਨ ਲਈ ਇੱਕ ਸਾਧਨ, ਇੱਕ ਤਰੀਕਾ ਦੱਸਦੀ ਹੈ। ਬ੍ਰਹਮ ਗਿਆਨੀ ਹਰ ਤਰ੍ਹਾਂ ਦੇ ਮਾਇਕ ਬੰਧਨਾਂ ਤੋਂ ਮੁਕਤ ਹੋਣ ਕਰਕੇ ਗਿਆਨ ਦਾ ਭੋਜਨ ਹੀ ਉਸ ਲਈ ਸਰਵਸ਼੍ਰੇਸ਼ਟ ਭੋਜਨ ਹੈ ਤੇ ਉਹ ਸਦਾ ਹੀ ਧਿਆਨ ਵਿੱਚ ਜੁੜਿਆ ਰਹਿੰਦਾ ਹੈ। ब्रह्म ज्ञानी एक ऊपर आस, ब्रह्म ज्ञानी का नहीं विनाश, ब्रह्म ज्ञानी के गरीबी समाहा, ब्रह्म ज्ञानी परोपकार उमाहा, ब्रह्म ज्ञानी के नाही तंदा, ब्रह्म ज्ञानी ले तावत बंदा, ब्रह्म ज्ञानी के होए सुफला, ब्रह्म ज्ञानी सुफल फला, ब्रह्म ज्ञानी संग सगल उदार, नानक ब्रह्म ज्ञानी जपे सगल संसार। ब्रह्म ज्ञानी दी ਜਿਹੜੀ ਆਸਾ ਹੈ ਉਹ ਇੱਕੋ ਹੀ ਪਰਮਾਤਮਾ 'ਤੇ ਟਿਕੀ ਰਹਿੰਦੀ ਹੈ, ਇਸ ਲਈ ਉਸ ਦਾ ਵਿਨਾਸ਼ ਨਹੀਂ ਹੁੰਦਾ। ਬ੍ਰਹਮ ਗਿਆਨੀ ਜੋ ਹੈ ਉਹਦੇ ਵਿੱਚ ਗਰੀਬੀ ਟਿਕੀ ਹੋਈ ਹੈ, ਭਾਵ ਨਿਮਰਤਾ ਹੈ ਸਭ ਲੋਕਾਂ ਲਈ। ਬ੍ਰਹਮ ਗਿਆਨੀ ਪਰਉਪਕਾਰ ਦਾ ਉਤਸ਼ਾਹ ਆਪਣੇ ਅੰਦਰ ਰੱਖਦਾ ਹੈ, ਉਸ ਨੂੰ ਖੁਸ਼ੀ ਹੁੰਦੀ ਹੈ ਕਿ ਉਹ ਕਿਸੇ ਦੇ ਕੰਮ ਆਏ। ਬ੍ਰਹਮ ਗਿਆਨੀ ਦੇ ਮਨ ਵਿੱਚ ਕੋਈ ਵੀ ਉਲਝਾਓ ਨਹੀਂ ਹੁੰਦਾ, ਕਿਉਂਕਿ ਉਸਨੇ ਆਪਣੇ ਦੌੜਦੇ ਮਨ ਨੂੰ ਕਾਬੂ ਵਿੱਚ ਕਰ ਲਿਆ ਹੈ। ਬ੍ਰਹਮ ਗਿਆਨੀ ਤੋਂ ਜੇ ਹੋਵੇ ਸੋ ਭਲਾ ਹੀ ਹੁੰਦਾ ਹੈ, ਭਾਵ ਉਹ ਭਲਾਈ ਦਾ ਹੀ ਕਾਰਜ ਕਰਦਾ ਹੈ। ਇਸ ਕਰਕੇ ਬ੍ਰਹਮ ਗਿਆਨੀ ਸ੍ਰੇਸ਼ਟ ਫਲਾਂ ਕਰਕੇ ਫਲਦਾ ਹੈ, ਉਹ ਸਭ ਨੂੰ ਫਲ ਦੇਣ ਵਾਲਾ ਹੁੰਦਾ ਹੈ। ਇਸ ਕਰਕੇ ਇਹ ਵੀ ਕਿਹਾ ਜਾਂਦਾ ਹੈ ਕਿ ਬ੍ਰਹਮ ਗਿਆਨੀ ਦੇ ਸੰਗ ਨਾਲ ਸਭ ਦਾ ਸੁਭਾਅ ਨਿਮਰਤਾ ਵਰਗਾ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਬ੍ਰਹਮ ਗਿਆਨੀ ਨੂੰ ਆਪ ਸਾਰਾ ਸੰਸਾਰ ਜਪਦਾ ਹੈ। ਇਸ ਪਦੇ ਵਿੱਚ ਇਹ ਸਮਝਾਇਆ ਗਿਆ ਹੈ ਕਿ ਨਿਮਰਤਾ ਵਾਲਾ ਹੀ ਜਿਹੜਾ ਹੈ ਉਹ ਪ੍ਰਮਾਤਮਾ ਦਾ ਪ੍ਰਸਾਦ, ਉਹਨਾਂ ਦਾ ਪਿਆਰ ਪਾਉਂਦਾ ਹੈ ਤੇ ਉਹ ਬ੍ਰਹਮ ਗਿਆਨੀ ਬਣ ਜਾਂਦਾ ਹੈ। ਤੇ ਇੱਥੇ ਇਹ ਵੀ ਕਿਹਾ ਗਿਆ ਹੈ ਕਿ ਪਰਮੇਸ਼ਵਰ ਵਿੱਚ ਅਭੇਦ ਮਿਲੇ ਹੋਣ ਕਰਕੇ ਉਹ ਆਪ ਕਲਿਆਣ ਕਰਨ ਦਾ ਇੱਕ ਸਾਧਨ ਬਣ ਜਾਂਦਾ ਹੈ। ब्रह्म ज्ञानी के एके रंग, ब्रह्म ज्ञानी के बसे प्रभ संग, ब्रह्म ज्ञानी के नाम आधार, ब्रह्म ज्ञानी के नाम परवार, ब्रह्म ज्ञानी सदा सत जागत, ब्रह्म ज्ञानी अहबुद्ध त्यागत, ब्रह्म ज्ञानी के मन परमानंद, ब्रह्म ज्ञानी के कर सदा आनंद, ब्रह्म ज्ञानी सूख सहज निवास, नानक ब्रह्म ज्ञानी का नहीं विनाश। परमात्मा कहते हैं कि ब्रह्म ज्ञानी नूं ਇੱਕੋ ਪ੍ਰਭ ਦੇ ਪ੍ਰੇਮ ਦਾ ਰੰਗ ਚੜ੍ਹ ਗਿਆ ਹੈ ਤੇ ਉਸ ਉੱਪਰ ਪਰਮਾਤਮਾ ਵੀ ਬ੍ਰਹਮ ਗਿਆਨੀ ਦੇ ਨਾਲ ਆ ਕੇ ਵਸਦਾ ਹੈ, ਭਾਵ ਉਹਨਾਂ ਨੂੰ ਵਿਛੋੜਾ ਨਹੀਂ ਹੁੰਦਾ। ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਨਾਮ ਦਾ ਆਸਰਾ ਹਮੇਸ਼ਾ ਰਹਿੰਦਾ ਹੈ ਅਤੇ ਬ੍ਰਹਮ ਗਿਆਨੀ ਨੂੰ ਨਾਮ ਹੀ ਪਰਿਵਾਰ ਸਮਾਨ ਹੋ ਜਾਂਦਾ ਹੈ। ਬ੍ਰਹਮ ਗਿਆਨੀ ਜਾਗਰਤ ਅਵਸਥਾ ਵਿੱਚ ਸਦਾ ਜਾਗਦਾ ਹੀ ਰਹਿੰਦਾ ਹੈ, ਭਾਵ ਉਹਨੂੰ ਆਪਣੀ ਪਛਾਣ ਹੋ ਜਾਂਦੀ ਹੈ, ਕਿਉਂਕਿ ਬ੍ਰਹਮ ਗਿਆਨੀ ਅਹੰਕਾਰ ਵਾਲੀ ਬੁੱਧੀ ਨੂੰ ਛੱਡ ਦਿੰਦਾ ਹੈ। ਬ੍ਰਹਮ ਗਿਆਨੀ ਦੇ ਘਰ ਅਰਥਾਤ ਸਰੀਰ ਵਿੱਚ ਹਮੇਸ਼ਾ ਆਨੰਦ ਰਹਿੰਦਾ ਹੈ। ਇਸ ਤਰ੍ਹਾਂ ਬ੍ਰਹਮ ਗਿਆਨੀ ਦਾ ਜਿਹੜਾ ਨਿਵਾਸ ਹੈ ਉਹ ਬਹੁਤ ਹੀ ਸਹਿਜ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਬ੍ਰਹਮ ਗਿਆਨੀ ਦਾ ਵਿਨਾਸ਼ ਨਹੀਂ ਹੁੰਦਾ, ਭਾਵ ਉਹ ਅਮਰ ਪਦਵੀ 'ਤੇ ਪਹੁੰਚ ਜਾਂਦਾ ਹੈ, ਸਿਰਫ नाम जप के परमात्मा नु चेते रख के। ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी के होए अचिंत, ब्रह्म ज्ञानी का निर्मल मंत, ब्रह्म ज्ञानी जिस करे प्रभ आप, ब्रह्म ज्ञानी का बड़ प्रताप,
ब्रह्म ज्ञानी का दर्श बड़ भागी पाइए, ब्रह्म ज्ञानी को बल बल जाइए, ब्रह्म ज्ञानी को खोजे महेश्वर, नानक ब्रह्म ज्ञानी आप परमेश्वर। ਹੁਣ ਇਹ ਸਵਾਲ ਉੱਠਦਾ ਹੈ ਕਿ ਬ੍ਰਹਮ ਗਿਆਨੀ ਹੈ ਕੌਣ? ਬ੍ਰਹਮ ਗਿਆਨੀ ਉਹ ਹੈ ਜਿਹਨੂੰ ਬ੍ਰਹਮ ਦਾ ਗਿਆਨ ਹੈ। ਬ੍ਰਹਮ ਗਿਆਨੀ ਉਹ ਹੈ ਜਿਸ ਦਾ ਇੱਕ ਪਰਮੇਸ਼ਵਰ ਨਾਲ ਹੀ ਹਿੱਤ ਹੁੰਦਾ ਹੈ। ਬ੍ਰਹਮ ਗਿਆਨੀ ਉਹ ਹੈ ਜਿਸ ਦੇ ਮਨ ਵਿੱਚ ਹੁੰਦੀ ਹੈ ਅਚਿੰਤਾਈ, ਜੋ ਚਿੰਤਾ ਨਹੀਂ ਕਰਦਾ। ਬ੍ਰਹਮ ਗਿਆਨੀ ਦਾ ਮਨ ਨਿਰਮਲ ਹੁੰਦਾ ਹੈ। ਬ੍ਰਹਮ ਗਿਆਨੀ ਉਹ ਹੈ ਜਿਸ ਨੂੰ ਪ੍ਰਭ ਬ੍ਰਹਮ ਗਿਆਨੀ ਬਣਾ ਦਿੰਦਾ ਹੈ। ਇਸ ਕਰਕੇ ਬ੍ਰਹਮ ਗਿਆਨੀ ਦਾ ਪ੍ਰਤਾਪ ਵੀ ਵੱਡਾ ਹੁੰਦਾ ਹੈ। ਬ੍ਰਹਮ ਗਿਆਨੀ ਦਾ ਦਰਸ਼ਨ ਬਹੁਤ ਭਾਗਾਂ ਨਾਲ ਮਿਲਦਾ ਹੈ। ਬ੍ਰਹਮ ਗਿਆਨੀ ਤੋਂ ਸਦਾ ਬਲਿਹਾਰ ਬਲਿਹਾਰ ਜਾਂਦੇ ਹਾਂ। ਗੁਰੂ ਸਾਹਿਬ ਕਹਿੰਦੇ ਹਨ, ਬ੍ਰਹਮ ਗਿਆਨੀ ਨੂੰ शिव जी भी खोजते हन। ब्रह्म ज्ञानी की कीमत नाही, ब्रह्म ज्ञानी के सगल मन माहे। ब्रह्म ज्ञानी का कौन जाने भेद, ब्रह्म ज्ञानी को सदा आदेश। ब्रह्म ज्ञानी का कथया न जाए अध्याकर, ब्रह्म ज्ञानी सरब का ठाकुर। ब्रह्म ज्ञानी की मत कौन बखाने, ब्रह्म ज्ञानी की गत ब्रह्म ज्ञानी जाने। ब्रह्म ज्ञानी का अंत न पार, नानक ब्रह्म ज्ञानी को सदा नमस्कार। ਪਰਮੇਸ਼ਵਰ ਵਿੱਚ ਅਭੇਦ ਹੋਣ ਕਰਕੇ ਪਰਮੇਸ਼ਵਰ ਦਾ ਰੂਪ ਕਹੇ ਗਏ ਬ੍ਰਹਮ ਗਿਆਨੀ ਬਾਰੇ ਇਹ ਫਰਮਾਇਆ ਜਾਂਦਾ ਹੈ ਕਿ ਬ੍ਰਹਮ ਗਿਆਨੀ ਦੀ ਕੀਮਤ ਨਹੀਂ ਪਾ ਸਕਦੇ। ਬ੍ਰਹਮ ਗਿਆਨੀ ਦੇ ਮਨ ਵਿੱਚ ਸਾਰਾ ਕੁਝ ਹੀ ਹੈ, ਭਾਵ ਗੁਣ ਗਿਆਨ ਬ੍ਰਹਮੰਡ। ਬ੍ਰਹਮ ਗਿਆਨੀ ਦਾ ਭੇਦ ਕੋਈ ਨਹੀਂ ਜਾਣ ਸਕਦਾ। ਇਸ ਲਈ ਬ੍ਰਹਮ ਗਿਆਨੀ ਨੂੰ ਸਦਾ ਨਮਸਕਾਰ ਕਰਨੀ ਚਾਹੀਦੀ ਹੈ। ਬ੍ਰਹਮ ਗਿਆਨੀ ਦੀ ਮਹਿਮਾ ਦਾ ਅੱਧਾ ਅੱਖਰ ਵੀ ਨਹੀਂ ਕਿਹਾ ਜਾ ਸਕਦਾ, ਭਾਵ ਥੋੜ੍ਹੀ ਮਹਿਮਾ ਵੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹਨਾਂ ਦਾ ਜਿਹੜਾ ਪ੍ਰਾਪਤੀ ਹੈ ਨਾਮ ਲੈ ਕੇ ਉਹ ਬਹੁਤ ਉੱਚੀ ਹੋ ਗਈ ਹੈ। ਬ੍ਰਹਮ ਗਿਆਨੀ ਸਭ ਦਾ ਠਾਕੁਰ ਹੈ, ਭਾਵ ਸਭ ਨੂੰ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਬ੍ਰਹਮ ਗਿਆਨੀ ਦੀ ਮਤ ਕੋਈ ਨਹੀਂ ਕਰ ਸਕਦਾ, ਬ੍ਰਹਮ ਗਿਆਨੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਕਿਉਂਕਿ ਬ੍ਰਹਮ ਗਿਆਨੀ ਦੀ ਗਤੀ ਨੂੰ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ। ਬ੍ਰਹਮ ਗਿਆਨੀ ਦੀ ਹੱਦ ਤੇ ਅੰਤ ਨੂੰ ਅਸੀਂ ਪਾ ਹੀ ਨਹੀਂ ਸਕਦੇ। ਗੁਰੂ ਸਾਹਿਬ ਕਹਿੰਦੇ ਹਨ, ਬ੍ਰਹਮ ਗਿਆਨੀ ਨੂੰ ਸਾਡੀ ਸਦਾ ਨਮਸਕਾਰ ਹੈ, ਕਿਉਂਕਿ ਬ੍ਰਹਮ ਗਿਆਨੀ ਨੇ ਆਪਣੀ ਇਹ ਅਵਸਥਾ, ਬ੍ਰਹਮ ਗਿਆਨ ਦੀ ਜਿਹੜੀ ਅਵਸਥਾ ਹੈ, ਉਹ ਆਪ ਨਾਮ ਲੈ ਕੇ ਮਿਹਨਤ ਕਰਕੇ ਪਾਈ ਹੈ। ब्रह्म ज्ञानी सब सृष्टि का करता, ब्रह्म ज्ञानी सच जीवे नहीं मरता। ब्रह्म ज्ञानी मुक्त जुक्त जियां का दाता, ब्रह्म ज्ञानी पूरन पुरख विधाता। ब्रह्म ज्ञानी अनाथ का नाथ, ब्रह्म ज्ञानी का सब ऊपर हाथ। ब्रह्म ज्ञानी का सगल आकार, ब्रह्म ज्ञानी आप निरंकार। ब्रह्म ज्ञानी की शोभा ब्रह्म ज्ञानी बने, नानक ब्रह्म ज्ञानी सरब का धनी। ਗੁਰੂ ਸਾਹਿਬ ਕਹਿੰਦੇ ਆ ਕਿ ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਦਾ ਰਚਨਹਾਰਾ ਹੈ। ਸਮੁੰਦਰ ਵਿੱਚ, ਨਦੀ ਵਿੱਚ ਬਹਿ ਕੇ ਜੋ ਸਮੁੰਦਰ ਹੀ ਹੋ ਚੁੱਕਾ ਹੈ, ਭਾਵ ਪ੍ਰਮਾਤਮਾ ਹੀ ਦਾ ਸਰੂਪ ਬਣ ਗਿਆ ਹੈ। ਬ੍ਰਹਮ ਗਿਆਨੀ ਸਦਾ ਜੀਂਦਾ ਹੈ, ਕਦੇ ਮਰਦਾ ਨਹੀਂ। ਬ੍ਰਹਮ ਗਿਆਨੀ ਮੁਕਤੀ ਜੁਕਤੀ ਤੇ ਜੀ ਦਾਨ ਦੇਣ ਵਾਲਾ ਹੈ। ਬ੍ਰਹਮ ਗਿਆਨੀ ਅਨਾਥਾਂ ਦਾ ਨਾਥ ਹੈ। ਬ੍ਰਹਮ ਗਿਆਨੀ ਦਾ ਹੱਥ ਸਭ ਦੇ ਸਿਰ ਉੱਪਰ ਹੁੰਦਾ ਹੈ, ਭਾਵ ਉਹ ਆਸ਼ੀਰਵਾਦ ਦਿੰਦਾ ਹੈ ਨਾਮ ਦਾ। ਬ੍ਰਹਮ ਗਿਆਨੀ ਸਭ ਦਾ ਸਹਾਈ ਹੈ। ਸਾਰਾ ਆਕਾਸ਼ ਬ੍ਰਹਮ ਗਿਆਨੀ ਦਾ ਆਪਣਾ ਹੈ, ਉਸ ਨੂੰ ਓਪਰਾ ਕੋਈ ਵੀ ਨਹੀਂ ਲੱਗਦਾ। ਬ੍ਰਹਮ ਗਿਆਨੀ ਤਾਂ ਆਪ ਹੀ ਨਿਰੰਕਾਰ ਬਣ ਚੁੱਕਿਆ ਹੈ। ਬ੍ਰਹਮ ਗਿਆਨੀ ਦੀ ਸੋਭਾ ਬ੍ਰਹਮ ਗਿਆਨੀ ਨੂੰ ਹੀ ਚੰਗੀ ਲੱਗਦੀ ਹੈ। ਗੁਰੂ ਸਾਹਿਬ ਦੱਸ ਰਹੇ ਹਨ ਕਿ ਬ੍ਰਹਮ ਗਿਆਨੀ ਸਭ ਤੋਂ ਧਨੀ ਹੈ, ਕਿਉਂਕਿ ਉਹਦੇ ਕੋਲ ਨਾਮ ਦਾ ਖਜ਼ਾਨਾ ਹੈ। ਬੇਅੰਤ ਸ਼ੁਕਰਾਨਾ ਗੁਰੂ ਜੀ ਮਹਾਰਾਜ, ਸ਼ੁਕਰਾਨਾ।